Hello everyone, welcome to Man Ma'am classes. I am your teacher Pooja Man here. I hope you all are doing good, fit and fine. हंसते खेलते मुस्कुराते ਤੁਸੀਂ class attend कर रहे होगे. So we are doing ICSE board English reader class 5. Book is Vibrant English Reader 5. Lesson number 3, the book of nature. Nature means कुदरत और book मतलब किताब. The book of nature मतलब कुदरत दी किताब. ये जो chapter है ना actually story है. उस time ਜਦੋਂ 1800 1900 ਜੋ ਈਅਰ ਸੀਗੇ ਨਾ ਉਦੋਂ ਫੋਨ ਨਹੀਂ ਹੁੰਦੇ ਸੀ, ਈਮੇਲ ਨਹੀਂ ਹੁੰਦੀ ਸੀ। ਉਦੋਂ ਜਦੋਂ ਕੋਈ ਦੂਰ ਰਹਿੰਦਾ ਹੋਵੇ ਨਾ ਤੇ ਇੱਕ ਦੂਜੇ ਨਾਲ ਸਿਰਫ ਚਿੱਠੀਆਂ ਰਾਹੀਂ ਹੀ ਗੱਲ ਕੀਤੀ ਜਾਂਦੀ ਸੀ ਕਿ ਉਹਨੂੰ ਚਿੱਠੀ ਲਿਖ ਕੇ ਭੇਜੋ, ਉਹ ਫਿਰ ਉਹਦੇ ਕੋਲ 10-15 ਦਿਨ ਬਾਅਦ ਚਿੱਠੀ ਪਹੁੰਚੇਗੀ, ਉਹ ਪੜ੍ਹੇਗਾ, ਫਿਰ ਉਹਦਾ ਜਵਾਬ ਲਿਖੇਗਾ, ਫਿਰ 10-15 ਦਿਨ ਬਾਅਦ ਵਾਪਸ ਆਏਗੀ। ਮਤਲਬ ਇੱਕ ਚਿੱਠੀ ਆਉਣ ਐਂਡ ਜਾਣ 'ਚ ਮਹੀਨੇ ਲੱਗ ਜਾਂਦੇ ਹੁੰਦੇ ਸੀਗੇ। ਉਸ ਟਾਈਮ ਦੀ ਗੱਲ ਹੈ ਕਿਉਂਕਿ ਜਵਾਹਰ ਲਾਲ ਨਹਿਰੂ ਉਹ ਇੱਕ ਫਰੀडम फाइटर ਸੀਗੇ ਤੇ ਉਹ ਤਕਰੀਬਨ ਉਹਨਾਂ ਨੂੰ ਚੱਕ ਕੇ ਬ੍ਰਿਟਿਸ਼ ਸਰਕਾਰ ਜਿਹੜੀ ਉਹ ਜੇਲ੍ਹ 'ਚ ਸੁੱਟ ਦਿੰਦੀ ਸੀਗੀ। ਉਹ ਜੇਲ੍ਹ 'ਚ ਚਲੇ ਜਾਂਦੇ ਸੀਗੇ। ਬੇਟੀ ਜਿਹੜੀ ਹੈ ਉਹ ਪੜ੍ਹਦੀ ਸੀਗੀ ਤੇ ਉਹ ਆਪਣੀ ਬੇਟੀ ਨਾਲ ਗੱਲਾਂ ਕਰਨਾ ਚਾਹੁੰਦੇ। ਹਰ ਕੋਈ ਆਪਣੇ ਬੱਚੇ ਨਾਲ ਗੱਲਾਂ ਕਰਨਾ ਚਾਹੁੰਦਾ ਤੇ ਬੱਚੇ ਵੀ ਮਾਂ-ਬਾਪ ਨਾਲ ਗੱਲਾਂ ਕਰਨਾ ਚਾਹੁੰਦੇ। ਹੁਣ ਤਾਂ ਕੀ ਹੁੰਦਾ ਕਿ ਫਟਾਫਟ ਫੋਨ ਘੁਮਾਇਆ ਤੇ ਗੱਲ ਕਰ ਲਈ। ਉਸ ਵੇਲੇ ਫਟਾਫਟ ਫੋਨ ਨਹੀਂ ਨਾ ਘੁੰਮ ਸਕਦਾ ਸੀਗਾ ਕਿਉਂਕਿ ਕਰਦੇ ਸੀ ਚਿੱਠੀਆਂ ਲਿਖਦੇ ਸੀਗੇ। ਇਸੇ ਤਰ੍ਹਾਂ ਜਵਾਹਰ ਲਾਲ ਨਹਿਰੂ ਨੇ ਆਪਣੀ ਬੇਟੀ ਨੂੰ ਜੋ ਚਿੱਠੀਆਂ ਲਿਖੀਆਂ ਉਹਨਾਂ ਨੂੰ ਕੰਪਾਈਲ ਕਰਕੇ ਬੁੱਕਸ ਬਣਾਈਆਂ ਗਈਆਂ ਨੇ। ਉਸੇ ਬੁੱਕ ਦਾ ਇੱਕ ਪਾਰਟ ਹੈ ਬੁੱਕ ਆਫ ਨੇਚਰ। ਫਿਰ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਜਵਾਹਰ ਲਾਲ ਨਹਿਰੂ was born on 14 November 1889 in Allahabad। Allahabad ਜਿਹਨੂੰ ਕਿ ਹੁਣ ਕਹਿੰਦੇ ਆ ਪ੍ਰਯਾਗਰਾਜ। ਜਵਾਹਰ ਲਾਲ ਨਹਿਰੂ ਜੋ ਕਿ ਇੰਡੀਆ ਦੇ ਫਰਸਟ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦਾ ਜਨਮ ਹੋਇਆ ਸੀਗਾ 1889 ਚ ਇਲਾਹਾਬਾਦ ਦੇ ਵਿੱਚ। ਔਰ ਜਿਹੜਾ ਇਹ ਲਿਖਿਆ ਹੋਇਆ ਨਾ ਬ੍ਰੈਕਟ 'ਚ ਜੋ ਤੁਹਾਨੂੰ ਦਿਖ ਰਿਹਾ 1889 to 1964, ਜਦੋਂ ਇਹ ਕਿਸੇ ਦੀ ਫੋਟੋ ਨੀਚੇ ਵੀ ਤੁਸੀਂ ਦੇਖੋਗੇ ਨਾ, ਜਦੋਂ ਕੋਈ ਬੰਦਾ ਇਸ ਦੁਨੀਆ 'ਚ ਨਹੀਂ ਹੁੰਦਾ ਉਹਦੀ ਫੋਟੋ ਦੇ ਥੱਲੇ ਨਾ ਇਸ ਤਰ੍ਹਾਂ ਲਿਖਿਆ ਹੁੰਦਾ। ਇਹਦੇ 'ਚ ਕੀ ਹੁੰਦਾ, ਜੋ ਫਰਸਟ ਲਿਖਿਆ ਹੈ ਨਾ ਟਾਈਮ, ਇਹ ਕੀ ਹੈ ਕਿ ਜਦੋਂ ਦੁਨੀਆ ਤੇ ਆਇਆ, ਤੇ ਦੂਸਰਾ ਕੀ ਹੁੰਦਾ ਜਦੋਂ ਦੁਨੀਆ ਤੇ ਗਿਆ। ਇਸੇ ਤਰ੍ਹਾਂ ਕਿ ਜਦੋਂ ਪ੍ਰਧਾਨ ਮੰਤਰੀ ਦਾ ਜਨਮ ਹੋਇਆ ਉਹ 1889 ਔਰ ਜਦੋਂ ਉਹਨਾਂ ਦੀ ਡੈਥ ਹੋਈ ਉਹ 1964 ਚ ਉਹਨਾਂ ਦੀ ਡੈਥ ਹੋਈ ਸੀਗੀ। He was jailed 9 times by the British government in India between 1921 and 1945। 1921 ਤੋਂ 1945 ਤੱਕ ਉਹਨਾਂ ਨੂੰ ਬ੍ਰਿਟਿਸ਼ ਗਵਰਨਮੈਂਟ ਨੇ, ਕਿਉਂਕਿ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਜੋ ਕਿ ਬ੍ਰਿਟੇਨ ਦੇ ਸੀਗੇ, ਇਸ ਕਰਕੇ ਬ੍ਰਿਟਿਸ਼ ਗਵਰਨਮੈਂਟ ਇਹਨਾਂ ਨੇ ਜਵਾਹਰ ਲਾਲ ਨਹਿਰੂ ਨੂੰ 9 ਵਾਰ ਜੇਲ੍ਹ ਭੇਜਿਆ ਸੀਗਾ। While in the prison, he wrote books like Glimpse of World History and The Discovery of India। ਜਦੋਂ ਜੇਲ੍ਹ 'ਚ ਸੀਗੇ ਉਹਨਾਂ ਨੇ ਇਹ ਦੋ ਬੁੱਕਸ ਲਿਖੀਆਂ ਸੀ, Glimpse of World History ਤੇ ਦੂਸਰੀ The Discovery of India। He also wrote many letters to his daughter Indira। ਉਹਨਾਂ ਨੇ ਆਪਣੀ ਬੇਟੀ ਜੋ ਇੰਦਰਾ ਗਾਂਧੀ ਹੈ ਉਹਨੂੰ ਵੀ ਬਹੁਤ ਚਿੱਠੀਆਂ ਲਿਖੀਆਂ ਸੀਗੀਆਂ। He became India's first Prime Minister in 1947। ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ ਉਦੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ। This is an extract from one of the letters he wrote to his daughter। ਇਹ ਜੋ book of nature topic ਹੈ, ਮਤਲਬ ਜੋ ਵੀ ਤੁਹਾਨੂੰ ਐਸੇ ਦਿਖ ਰਿਹਾ ਹੈ, ਇਹ ਕੀ ਹੈ, ਇੱਕ ਜੋ ਉਹਨਾਂ ਨੇ ਆਪਣੀ ਬੇਟੀ ਨੂੰ ਚਿੱਠੀ ਲਿਖੀ ਸੀ ਉਹਦਾ ਐਕਸਟ੍ਰੈਕਟ ਹੈ। ਐਕਸਟ੍ਰੈਕਟ ਮੀਨਸ ਕੁਝ ਹਿੱਸਾ, ਅੰਸ਼ ਜਿਹਨੂੰ ਆਪਾਂ ਕਹਿ ਦਿੰਦੇ ਆ। When you and I are together, you often ask me questions about many things and I try to answer them। ਕਿ ਜਦੋਂ ਅਸੀਂ ਦੋਨੋਂ ਇਕੱਠੇ ਹੁੰਨੇ ਆ ਉਦੋਂ ਤੂੰ ਮੈਨੂੰ ਬਹੁਤ ਸਾਰੇ ਕੁਐਸਚਨ ਪੁੱਛਦੀ ਹੈ, ਮੈਂ ਵੀ ਸਾਰੇ ਕੁਐਸਚਨਸ ਤੇ ਆਨਸਰ ਦੇਣਾ। ਅਗਰ ਉਸ ਟਾਈਮ ਤੇ ਜਦੋਂ ਇਹ ਚਿੱਠੀ ਲਿਖੀ ਹੈ, ਸੋਚੋ ਕਿ ਉਸ ਟਾਈਮ ਇੰਦਰਾ ਗਾਂਧੀ 9 ਸਾਲਾਂ ਦੀ 10 ਸਾਲਾਂ ਦੀ ਤੁਹਾਡੀ ਏਜ ਦੀ ਹੈ, ਤੁਸੀਂ ਕਿੰਨੇ ਕੁਐਸਚਨ ਪੁੱਛਦੇ ਹੋ ਆਪਣੇ ਮੰਮੀ ਪਾਪਾ ਤੋਂ, ਔਰ ਤੁਹਾਡੇ ਮੰਮੀ ਪਾਪਾ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਆ। ਅਗਰ ਸਾਰੇ ਨਹੀਂ ਦਿੰਦੇ ਘੱਟੋ ਘੱਟ ਟਰਾਈ ਤੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕਰਦੇ ਆ ਨਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਵੀ, ਕਿਉਂਕਿ ਉਹ ਇੱਕ ਫਾਦਰ ਸੀ, तो अपनी बेटी दे हर सवाल का जवाब देने की कोशिश करते सी। Now that you are in Mussoorie and I am in Allahabad, we cannot have these talks। ਹੁਣ ਤੁਸੀਂ ਮਸੂਰੀ ਵਿੱਚ ਹੋ ਤੇ ਮੈਂ ਇਲਾਹਾਬਾਦ ਦੇ ਵਿੱਚ ਹਾਂ, ਇਸ ਕਰਕੇ ਅਸੀਂ ਹੁਣ ਇਦਾਂ ਦੀ ਗੱਲ ਨਹੀਂ ਕਰ ਸਕਦੇ। ਹੁਣ ਦੇਖੋ ਮਸੂਰੀ ਤੇ ਇਲਾਹਾਬਾਦ ਚ ਬਹੁਤ ਜ਼ਿਆਦਾ ਡਿਸਟੈਂਸ ਹੈ, 15 ਘੰਟੇ ਘੱਟੋ ਘੱਟ ਲੱਗਦੇ ਆ। ਇਹ ਕਾਰ 'ਚ ਜਾਣਾ ਹੈ 15 ਘੰਟੇ 20 ਮਿੰਟ ਜੋ ਅੱਜ ਦਾ ਟਾਈਮ ਹੈ। ਇਹ ਜੋ ਮੈਪ ਹੈ ਇਹ ਅੱਜ ਦੇ ਟਾਈਮ ਮੁਤਾਬਿਕ ਹੈ। ਅਗਰ ਤੁਸੀਂ ਇਲਾਹਾਬਾਦ ਤੋਂ ਮਸੂਰੀ ਜਾਣਾ ਹੈ, ਉਸ ਟਾਈਮ ਤੇ ਕੀ ਇਹ ਕਾਰ ਵੀ ਨਹੀਂ ਹੁੰਦੀਆਂ ਸੀਗੀਆਂ, ਬਹੁਤ ਘੱਟ, ਜੋ ਕਿ ਸਿਰਫ ਅੰਗਰੇਜ਼ ਹੀ ਯੂਜ਼ ਕਰਦੇ ਹੁੰਦੇ ਸੀ, ਤਕਰੀਬਨ ਸਿਰਫ ਉਹੀ ਕਾਰ ਯੂਜ਼ ਹੁੰਦੀਆਂ ਸੀਗੀਆਂ।
ਹੁਣ ਕੀ ਹੈ, ਹੁਣ ਤਾਂ ਆਪਾਂ ਆਰਾਮ ਨਾਲ ਕਾਰ ਚੁੱਕਦੇ ਹਾਂ ਜਾਂ ਆਪਣੇ ਕੋਲ ਫਲਾਈਟ ਦਾ ਸਿਸਟਮ ਵੀ ਹੈ, ਟ੍ਰੇਨ ਵੀ ਹੈ, ਠੀਕ ਹੈ, ਆਪਾਂ ਜਾ ਸਕਦੇ ਹਾਂ। ਬਟ ਉਸ ਵੇਲੇ ਕੀ ਹੈ, ਜਾਣਾ ਪੋਸੀਬਲ ਨਹੀਂ ਸੀ ਜਲਦੀ, ਇਸ ਕਰਕੇ ਉਹ ਇਦਾਂ ਦੀਆਂ ਗੱਲਾਂ ਹੋਰ ਨਹੀਂ ਕਰ ਸਕਦੇ ਸੀਗੇ। ਆਈ ਐਮ देयरफॉर मतलब इसलिए going to write to you from time to time telling you the story of our earth and the many countries great and small into which it is divided। ਕਿਉਂਕਿ ਹੁਣ ਆਪਾਂ ਰੋਜ਼ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਤੁਸੀਂ ਮਸੂਰੀ ਦੇ ਵਿੱਚ ਹੋ, ਮੈਂ ਇਲਾਹਾਬਾਦ ਦੇ ਵਿੱਚ ਹਾਂ, ਇਸ ਕਰਕੇ ਅਸੀਂ ਰੋਜ਼ ਇਦਾਂ ਗੱਲ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਸਮੇਂ ਤੇ ਟਾਈਮ ਟੂ ਟਾਈਮ ਮਤਲਬ ਸਮੇਂ ਤੇ our earth ਸਾਡੀ ਧਰਤੀ ਐਂਡ ਦ ਮੈਨੀ ਕੰਟਰੀਜ਼ ਗ੍ਰੇਟ ਐਂਡ ਸਮਾਲ ਤੇ ਬਹੁਤ ਛੋਟੀਆਂ ਤੇ ਬਹੁਤ ਵੱਡੀਆਂ ਹੋਰ ਕੰਟਰੀਜ਼ ਹੋਰ ਦੇਸ਼ਾਂ ਬਾਰੇ ਤੁਹਾਨੂੰ ਦੱਸਾਂਗਾ ਜਿਨ੍ਹਾਂ ਵਿੱਚ ਸਾਡੀ ਧਰਤੀ ਡਿਵਾਈਡਡ ਹੈ, ਵੰਡੀ ਹੋਈ ਹੈ। ਯੂ ਹੈਵ ਰੀਡ ਅ ਲਿਟਲ ਅਬਾਊਟ ਇੰਗਲਿਸ਼ ਹਿਸਟਰੀ ਐਂਡ ਇੰਡੀਅਨ ਹਿਸਟਰੀ। ਤੁਸੀਂ ਥੋੜਾ ਬਹੁਤ ਇੰਗਲਿਸ਼ ਹਿਸਟਰੀ ਤੇ ਇੰਡੀਅਨ ਮਤਲਬ ਹਿੰਦੁਸਤਾਨ ਦੀ ਹਿਸਟਰੀ ਬਾਰੇ ਪੜਿਆ ਹੋਏਗਾ। ਬਟ ਇੰਗਲੈਂਡ ਇਜ਼ ਓਨਲੀ ਅ ਲਿਟਲ ਆਈਲੈਂਡ ਐਂਡ ਇੰਡੀਆ though a big country is only a small part of the earth's surface। कि जो इंग्लैंड है वो की है छोटी जी जगह है, ਛੋਟਾ ਇੱਕ ਆਈਲੈਂਡ ਹੈ। ਤੁਸੀਂ ਦੇਖੋ ਸਾਰੇ ਪਾਸੇ ਕੀ ਹੈ, ਸਮੁੰਦਰ ਹੈ, ਧਰਤੀ ਟੱਚ ਨਹੀਂ ਕਰਦੀ, ਉਹਨੂੰ ਕਹਿੰਦੇ ਆਈਲੈਂਡ। ਜੋ ਜਗ੍ਹਾ ਹੋਵੇ ਜਿਹਨੂੰ ਧਰਤੀ ਟੱਚ ਨਾ ਕਰਦੀ ਹੋਵੇ, ਪਾਣੀ ਹੋਵੇ ਆਲੇ ਦੁਆਲੇ, ਉਹ ਆਈਲੈਂਡ। ਇੰਗਲੈਂਡ ਕੀ ਇੱਕ ਛੋਟਾ ਜਿਹਾ ਆਈਲੈਂਡ ਹੈ, ਜਦਕਿ ਭਾਰਤ ਕੀ ਹੈ, ਉਹ ਇੱਕ ਵੱਡੀ ਸਰਫੇਸ ਹੈ। ਇਹ ਦੋਨੋਂ ਮਿਲ ਕੇ ਵੀ ਪੂਰੀ ਦੁਨੀਆ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਭਾਵੇਂ ਵੱਡਾ ਦੇਸ਼ ਹੈ, ਚਾਹੇ ਉਹ ਛੋਟਾ ਜਿਹਾ ਟਾਪੂ ਹੈ, ਪਰ ਅਗਰ ਆਪਾਂ ਇਹਨਾਂ ਦੋਨਾਂ ਨੂੰ ਵੀ ਮਿਲਾ ਲਈਏ ਤੇ ਪੂਰੀ ਧਰਤੀ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੈ। If we want to know something about the story of this world of ours, we must think of all countries and all the peoples that have lived in it, and not only of the little country where we may have been born। ਜੇ ਤੁਸੀਂ ਆਪਣੇ ਇਸ ਸੰਸਾਰ, ਇਸ ਧਰਤੀ ਜੋ ਦੁਨੀਆ ਹੈ, ਇਹਦੀ ਕਹਾਣੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਸਾਰੇ ਦੇਸ਼ਾਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ ਹੀ ਲੋਕਾਂ ਬਾਰੇ ਜਾਣਨਾ ਪਏਗਾ, ਉਹਨਾਂ ਬਾਰੇ ਸੋਚਣਾ ਚਾਹੀਦਾ ਹੈ। ਐਂਡ ਨਾਟ ਓਨਲੀ ਸਿਰਫ ਉਹੀ ਜਗ੍ਹਾ ਜਾਂ ਉਹੀ ਦੇਸ਼ ਨਹੀਂ ਜਿੱਥੇ ਤੁਸੀਂ ਜਨਮੇ ਹੋ, ਸਿਰਫ ਉਸੇ ਦੇਸ਼ ਬਾਰੇ ਨਹੀਂ ਸੋਚਣਾ, ਤੁਹਾਨੂੰ ਸਾਰੀ ਦੁਨੀਆ ਬਾਰੇ ਸੋਚਣਾ ਪਏਗਾ, ਤਦੇ ਤੁਸੀਂ ਧਰਤੀ ਦੇ ਇਤਿਹਾਸ ਬਾਰੇ ਜਾਣ ਸਕਦੇ ਹੋ। I can tell you very little in the letters of mine ਕਿ ਮੈਂ ਤੁਹਾਨੂੰ ਆਪਣੀ ਚਿੱਠੀਆਂ ਵਿੱਚ ਥੋੜਾ ਜਿਹਾ ਹੀ ਦੱਸ ਪਾਵਾਂਗਾ, ਕਿਉਂਕਿ ਕੋਈ ਵੀ ਚਿੱਠੀ ਲਿਖੇਗਾ, ਕਿੰਨੀ ਕੁ ਵੱਡੀ ਚਿੱਠੀ ਲਿਖ ਦੇਗਾ, ਪੂਰੀ ਇੱਕ ਬੁੱਕ ਤੇ ਨਹੀਂ ਛਾਪ ਸਕਦਾ ਨਾ। ਸੋ ਕਹਿੰਦਾ ਮੈਂ ਤੈਨੂੰ ਆਪਣੀ ਚਿੱਠੀਆਂ ਵਿੱਚ ਬਹੁਤ ਹੀ ਥੋੜਾ ਦੱਸ ਸਕਾਂਗਾ। ਬਟ that letter I hope will interest you and make you think of the world as a whole and of other people in it as our brothers and sisters। ਪਰ ਮੈਂ ਜਿੰਨਾ ਵੀ ਲਿਖਾਂਗਾ, ਜੋ ਵੀ ਮੇਰੀ ਚਿੱਠੀ ਹੋਏਗੀ, ਮੈਨੂੰ ਉਮੀਦ ਹੈ ਕਿ ਤੁਹਾਨੂੰ ਬੜੀ ਦਿਲਚਸਪ ਇੰਟਰਸਟਿੰਗ ਲੱਗੇਗੀ ਤੇ ਤੁਸੀਂ ਪੂਰੀ ਦੁਨੀਆ ਨੂੰ ਇੱਕ ਦੇਖੋਗੇ। ਇਹਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਲੋਕੀ ਉਹਨਾਂ ਨੂੰ ਆਪਣੇ ਭੈਣ ਭਰਾ ਹੀ ਸੋਚੋਗੇ। ਮਤਲਬ ਮੇਰੀ ਚਿੱਠੀ ਤੁਹਾਨੂੰ ਇੰਟਰਸਟਿੰਗ ਵੀ ਲੱਗੇਗੀ ਤੇ ਇਹ ਸਾਰਾ ਕੁਝ ਸੋਚਣ ਲਈ ਮਜਬੂਰ ਵੀ ਕਰੇਗੀ। When you grow up, ਜਦੋਂ ਤੁਸੀਂ ਵੱਡੇ ਹੋ ਜਾਓਗੇ, you will read the story of the earth and her people in fat books। fat books ਮਤਲਬ ਮੋਟੀਆਂ ਕਿਤਾਬਾਂ। and you will find it more interesting than any other story of novel that you may have read। ਕਿ ਜਦੋਂ ਤੁਸੀਂ ਵੱਡੇ ਹੋ ਜਾਓਗੇ ਤੇ ਤੁਸੀਂ ਮੋਟੀਆਂ ਕਿਤਾਬਾਂ ਵਿੱਚ ਜੋ ਧਰਤੀ ਦੀ ਕਹਾਣੀ ਹੈ ਉਹਨੂੰ ਪੜੋਗੇ ਤਾਂ ਤੁਹਾਨੂੰ ਕਿਸੇ ਹੋਰ ਕਹਾਣੀ ਜਾਂ ਨਾਵਲ ਤੋਂ ਵੀ ਵੱਧ ਇੰਟਰਸਟਿੰਗ ਲੱਗੇਗਾ, ਵੱਧ ਦਿਲਚਸਪ ਲੱਗੇਗਾ, ਤੁਹਾਨੂੰ ਮਜ਼ਾ ਆਏਗਾ ਇਹ ਪੜ੍ਹ ਕੇ। ਯੂ ਨੋ ਆਫ ਕੋਰਸ that our earth is very old, millions of years old। ਕਿ ਸਾਡੀ ਜੋ ਧਰਤੀ ਹੈ, ਤੁਹਾਨੂੰ ਪਤਾ ਹੈ ਕਿ ਸਾਡੀ ਜੋ ਧਰਤੀ ਹੈ ਉਹ ਬਹੁਤ ਲੱਖਾਂ ਕਰੋੜਾਂ ਸਾਲ ਜਿਹੜੀ ਹੈ ਉਹ ਪੁਰਾਣੀ ਹੈ। and for a long time there were no men and women living in it। ਇਹ ਬਹੁਤ ਪਹਿਲੇ ਕੀ men and women ਮਤਲਬ ਇਨਸਾਨ ਜਿਹੜੇ ਇਸ ਧਰਤੀ ਦੇ ਉੱਤੇ ਨਹੀਂ ਰਹਿੰਦੇ ਸੀ। before men came there were only animals, and before the animals there was a time when there were no living things on the earth। ਕਿ ਇਨਸਾਨਾਂ ਦੇ ਆਉਣ ਤੋਂ ਪਹਿਲੇ ਇਸ ਧਰਤੀ ਦੇ ਉੱਤੇ ਕੀ ਸੀਗੇ, ਜਾਨਵਰ ਰਹਿੰਦੇ ਸੀਗੇ ਤੇ ਜਾਨਵਰਾਂ ਤੋਂ ਪਹਿਲੇ ਵੀ ਧਰਤੀ ਸੀਗੀ ਔਰ ਉਹ ਧਰਤੀ ਇਦਾਂ ਦੀ ਸੀ ਜਿਹਦੇ 'ਚ ਕੋਈ ਵੀ ਲਿਵਿੰਗ ਥਿੰਗਸ ਮਤਲਬ ਕਿ ਕੋਈ ਵੀ ਜਿੰਦਾ ਇਨਸਾਨ ਜਾਂ ਜਾਨਵਰ ਜਾਂ ਪੇੜ ਪੌਦੇ
ਨਹੀਂ ਹੁੰਦੇ ਸੀ। ਪਹਿਲੇ ਕੀ ਇਸ ਸਟੋਰੀ ਨੂੰ ਅਗਰ ਤੁਸੀਂ ਸ਼ਾਰਟ 'ਚ ਦੇਖਣਾ ਚਾਹੋ ਕਿ ਪਹਿਲੇ ਕੀ ਦੇਖੋ, ਪਹਿਲੇ ਇਦਾਂ ਦੇ ਜਾਨਵਰ ਹੋਇਆ ਕਰਦੇ ਸੀਗੇ। ਇਸ ਪੀਰੀਅਡ ਨੂੰ ਲੋਜ਼ੋਇਕ ਐਰਾ ਕਹਿੰਦੇ ਹੁੰਦੇ ਸੀ। ਫਿਰ ਮੈਜ਼ੋਇਕ ਐਰਾ ਆਇਆ ਜਿਹਦੇ 'ਚ ਥੋੜੇ ਵੱਡੇ ਜਾਨਵਰ ਆ ਗਏ। ਉਸ ਤੋਂ ਬਾਅਦ ਹੋਰ ਵੱਡੇ ਜਾਨਵਰ, ਇਹਨਾਂ ਵਿੱਚ ਕੀ ਡਾਇਨਾਸੌਰ ਵਗੈਰਾ ਜਿਹੜੇ ਹੁੰਦੇ ਸੀਗੇ। ਉਸ ਤੋਂ ਬਾਅਦ ਕੀ ਇਹ ਜਾਨਵਰ ਥੋੜੇ ਡਿਫਰੈਂਟ ਹੋਣੇ ਸ਼ੁਰੂ ਹੋਏ। ਅੰਤ 'ਚ ਕੀ ਆਇਆ, ਐਂਡ 'ਚ ਕੀ ਹਿਊਮਨ ਆਏ। It is difficult to imagine that this world of Earth without animals and people. ਇਹ imagine ਕਰਨਾ ਮਤਲਬ ਸੋਚਣਾ ਵੀ ਬੜਾ, ਇਹਦੀ ਕਲਪਨਾ ਕਰਨੀ ਵੀ ਬੜੀ ਔਖੀ ਹੈ ਕਿ ਇਨਸਾਨ ਇਹ ਧਰਤੀ ਦੇ ਉੱਤੇ ਇਨਸਾਨ ਵੀ ਨਾ ਹੋਣ, ਜਾਨਵਰ ਵੀ ਨਾ ਹੋਣ, ਹੈ ਨਾ। ਇਨਸਾਨਾਂ ਤੇ ਜਾਨਵਰਾਂ ਤੋਂ ਬਿਨਾਂ ਧਰਤੀ ਦੀ ਕਲਪਨਾ ਕਰਨੀ ਬੜੀ ਔਖੀ ਹੈ। ਬਟ ਸਾਇੰਟਿਸਟ tell us that there was a time when the earth was too hot for any living being to live on it. ਸਾਇੰਟਿਸਟ ਨੇ ਦੱਸਿਆ ਕਿ ਪਹਿਲੇ ਜਿਹੜੀ ਧਰਤੀ ਸੀ ਉਹ ਇੰਨੀ ਜ਼ਿਆਦਾ ਗਰਮ ਸੀ, ਇੱਥੇ ਕੋਈ ਵੀ ਜੀਵਨ ਦਾ ਅੰਸ਼ ਨਹੀਂ ਹੋ ਸਕਦਾ। ਨਾ ਐਨੀਮਲਸ ਹੋਣਗੇ, ਨਾ ਇਨਸਾਨ ਹੋਣਗੇ, ਨਾ ਹੀ ਪੇੜ ਪੌਦੇ ਹੋਣਗੇ, ਵੀ ਇੰਨੀ ਜ਼ਿਆਦਾ ਗਰਮ ਹੁੰਦੀ ਸੀ ਧਰਤੀ। And if we read their books and study the rocks and the fossils, we will get to know that this must have been true. ਕਿ ਜਦੋਂ ਅਸੀਂ ਉਹਨਾਂ ਦੀ ਬੁੱਕਸ ਪੜ੍ਹਦੇ ਹਾਂ ਜੋ ਸਾਇੰਟਿਸਟ ਨੇ ਲਿਖੀਆਂ ਨੇ, ਜੋ ਕਿ ਰੌਕਸ ਜਿਹੜੇ ਹੁੰਦੇ ਆ ਨਾ, ਮਤਲਬ ਜਿਹੜੇ ਪਹਾੜ ਹੁੰਦੇ, ਅਗਰ ਤੁਸੀਂ ਕਿਸੇ ਪਹਾੜ ਨੂੰ ਦੇਖੋਗੇ ਨਾ, ਲੇਅਰਸ 'ਚ ਦਿਖਦੇ ਆ। ਇੱਥੇ ਲੇਅਰਸ ਬਣੀਆਂ ਦਿਖ ਰਹੀਆਂ ਨਾ ਤੁਹਾਨੂੰ ਕਿ ਲੇਅਰਸ ਬਣੀਆਂ ਹੋਈਆਂ ਨੇ। ਇਹਨਾਂ ਦੀ ਸਟੱਡੀ ਕੀਤੀ ਹੈ ਔਰ ਇਹਨਾਂ ਦੀ ਸਟੱਡੀ ਕਰਕੇ ਬੁੱਕਸ 'ਚ ਲਿਖਿਆ ਹੈ। ਜੋ ਫੋਸਿਲ ਮਤਲਬ ਜੋ ਜਾਨਵਰ ਮਰ ਚੁੱਕੇ ਆ, ਮਰ ਕੇ ਕੀ ਹੋਇਆ, ਮੰਨ ਲਓ ਕਿਸੇ ਪੱਥਰ ਦੇ ਉੱਤੇ ਉਹ ਦੱਬੇ ਗਏ, ਕੁਝ ਬਰਫ਼ ਦੇ ਵਿੱਚ ਦੱਬੇ ਗਏ ਜੋ ਕਿ ਡੀਕੰਪੋਜ਼ ਨਹੀਂ ਹੋਏ, ਹਜੇ ਵੀ ਉਹਨਾਂ ਦੇ ਬੋਡੀ ਪਾਰਟਸ ਉਦਾਂ ਦੇ ਹੀ ਹੈ, ਉਹਨਾਂ ਦੇ ਬੋਨ ਸਟਰਕਚਰ ਉੱਤੇ ਛਪੇ ਹੋਏ ਆ, ਬਣੇ ਹੋਏ, ਮਤਲਬ ਕਿ ਚਿਪਕੇ ਹੋਏ ਆ। ਉਹਨਾਂ ਨੂੰ ਪਟ ਕੇ ਉਹਨਾਂ ਨੇ ਉਹਦੀ ਸਟੱਡੀ ਕੀਤੀ। ਜਦੋਂ ਉਹਨਾਂ ਨੇ ਇਹ ਚੱਟਾਨਾਂ ਦੀ ਤੇ ਜਿਹੜੇ ਸਾਨੂੰ ਫੋਸਿਲਸ ਮਿਲੇ ਆ, ਇਹਨਾਂ ਤੋਂ ਜਦੋਂ ਸਟੱਡੀ ਕਰਕੇ ਸਾਡੇ ਲਈ ਬੁੱਕਸ ਲਿਖੀਆਂ, ਤੇ ਫਿਰ ਸਾਨੂੰ ਮਤਲਬ ਕਿ ਮੰਨਣਾ ਹੀ ਚਾਹੀਦਾ ਹੈ ਕਿ ਹਾਂ ਇਹ ਸੱਚ ਹੈ। ਯੂ ਹੈਵ ਰੀਡ ਅਬਾਊਟ ਦ ਹਿਸਟਰੀ ਆਫ ਦ ਵਰਲਡ ਇਨ ਬੁੱਕਸ, ਕਿ ਤੁਸੀਂ ਦੁਨੀਆ ਦੀ ਕਹਾਣੀ ਕਿਤਾਬਾਂ 'ਚ ਪੜ੍ਹੀ ਹੋਏਗੀ। But in old times, when there were no people on the earth, surely no books could have been written. ਪਰ ਬਹੁਤ ਟਾਈਮ ਪਹਿਲੇ ਜਦੋਂ ਦੁਨੀਆ 'ਚ ਇਨਸਾਨ ਹੀ ਨਹੀਂ ਸੀਗੇ। ਹੁਣ ਤਾਂ ਤੁਸੀਂ ਕਿਤਾਬਾਂ ਪੜ੍ਹ ਕੇ ਤੇ ਤੁਹਾਨੂੰ ਪਤਾ ਚੱਲ ਗਿਆ ਕਿ ਹਾਂ ਇਹ ਦੁਨੀਆ ਕਿੱਦਾਂ ਦੀ ਹੋਏਗੀ, ਕਿੱਦਾਂ ਇੱਥੇ ਲੋਕ ਰਹਿੰਦੇ ਸੀਗੇ, ਉਹਨਾਂ ਨੇ ਰਹਿਣਾ ਕਿੱਦਾਂ ਸ਼ੁਰੂ ਕੀਤਾ, ਕਿੱਦਾਂ ਬੰਦਰ ਤੋਂ ਇਨਸਾਨ ਬਣੇ, ਕਿੱਦਾਂ ਉਹਨਾਂ ਨੇ ਖਾਣਾ ਬਣਾਉਣਾ ਸ਼ੁਰੂ ਕੀਤਾ, ਕਿੱਦਾਂ ਉਹਨਾਂ ਨੇ ਕਮਾਈ ਕਰਨੀ ਸ਼ੁਰੂ ਕੀਤੀ, ਹੈ ਨਾ। ਇਹ ਸਾਰਾ ਕੁਝ ਸ਼ੁਰੂ ਕੀਤਾ। ਪਰ ਜਦੋਂ ਇੱਥੇ ਕੁਝ ਹੈ ਹੀ ਨਹੀਂ ਸੀਗਾ, ਕੋਈ ਇੱਥੇ ਬੰਦਾ ਹੀ ਨਹੀਂ ਸੀ ਜਿਹਨੂੰ ਲਿਖਣਾ ਹੀ ਨਹੀਂ ਆਂਦਾ, ਤੇ ਉਹਨੇ ਕੋਈ ਬੁੱਕ ਤਾਂ ਲਿਖੀ ਨਹੀਂ ਹੋਏਗੀ। ਸੋ ਸਾਨੂੰ ਇੱਦਾਂ ਦੀ ਕੋਈ ਬੁੱਕ ਨਹੀਂ ਮਿਲਦੀ ਹੈ। ਸੋ ਹਾਊ ਕੈਨ ਵੀ ਫਾਈਂਡ out about things that happened then? So ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਉਦੋਂ ਇਹ ਕੁਝ ਹੋਇਆ ਹੋਏਗਾ? We cannot sit down and imagine everything. ਅਸੀਂ ਇਦਾਂ ਨਹੀਂ ਕਰ ਸਕਦੇ ਕਿ ਬੈਠ ਜੀ ਤੇ ਸੋਚੀ ਜਾਈਏ ਓ ਹੋ ਇਦਾਂ ਹੋਇਆ ਹੋਏਗਾ, ਮਤਲਬ ਸਿਰਫ ਕਲਪਨਾ ਨਹੀਂ ਕਰ ਸਕਦੇ। although ਹਾਲਾਂਕਿ it would be nice if we could imagine anything we want to and make up the most beautiful fairy tales. ਹਾਲਾਂਕਿ ਇਹ ਬਹੁਤ ਵਧੀਆ ਹੋਏਗਾ ਕਿ ਆਪਾਂ ਬੈਠ ਕੇ ਕਲਪਨਾ ਕਰੀਏ, ਆਪਾਂ ਸੋਚੀਏ, ਤੇ ਜੋ ਸੋਚ ਆਪਾਂ ਕਹਾਣੀ ਬਣਾਈਏ ਬਿਲਕੁਲ ਇਦਾਂ ਜਿੱਦਾਂ ਪਰੀਆਂ ਦੀ ਕਹਾਣੀ ਹੁੰਦੀ ਹੈ। ਫੇਰੀ ਟੇਲਸ ਮਤਲਬ ਕਿ ਜਿਹੜੀਆਂ ਕਹਾਣੀਆਂ ਸੱਚੀਆਂ ਨਹੀਂ ਹੁੰਦੀਆਂ, ਉਹਨੂੰ ਆਪਾਂ ਪਰੀਆਂ ਦੀ ਕਹਾਣੀਆਂ ਫੇਰੀ ਟੇਲਸ ਕਹਿ ਦਿੰਦੇ ਆ। ਬਟ ਦਿਸ ਵੁੱਡ ਹੈਵ ਬੀਨ ਟਰੂ ਐਜ਼ ਇਟ ਵੁੱਡ ਨਾਟ ਬੀ ਬੇਸਡ ਔਨ ਫੈਕਟ। ਤੇ ਜਦੋਂ ਤੱਕ ਕੋਈ ਚੀਜ਼ ਫੈਕਟਸ ਤੇ ਨਾ ਹੋਵੇ ਉਦੋਂ ਤੱਕ ਉਸ ਚੀਜ਼ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਫੈਕਟਸ ਮਤਲਬ ਤੱਥ। ਜਦੋਂ ਤੱਕ ਕੋਈ ਚੀਜ਼ ਤੱਥ ਜਾਂ ਸਬੂਤ ਦੇ ਆਧਾਰ ਤੇ ਨਾ ਹੋਵੇ ਉਹਨੂੰ ਸੱਚ ਨਹੀਂ ਮੰਨਿਆ ਜਾ ਸਕਦਾ। Though we have no books written in those far off days, fortunately we have some things which tell us a lot like a book would. We have rocks and mountains and seas and stars and rivers and desert and fossils of old animals. ਚਾਹੇ ਉਦੋਂ ਕਿਤਾਬਾਂ ਨਹੀਂ ਲਿਖੀਆਂ ਗਈਆਂ ਸੀਗੀਆਂ ਸਾਡੀ ਜਾਣਕਾਰੀ ਵਾਸਤੇ, ਸਾਡੇ ਕੋਲ ਕਿਤਾਬਾਂ ਨਹੀਂ ਹੈ ਉਸ ਟਾਈਮ ਦੀਆਂ। Fortunately, ਪਰ ਕਿਸਮਤ ਨਾਲ ਸਾਡੇ ਕੋਲ ਕੀ ਹੈ, we have things which tells us a lot, ਕਿ ਸਾਡੇ ਕੋਲ ਇਦਾਂ ਦੀਆਂ ਚੀਜ਼ਾਂ ਹੈਗੀਆਂ ਜੋ ਸਾਨੂੰ ਬਹੁਤ ਕੁਝ ਦੱਸਦੀਆਂ ਨੇ। ਲਾਈਕ ਬੁੱਕ ਕੇ ਜਿੱਦਾਂ ਕਿਤਾਬ ਦੱਸਦੀ ਹੈ। ਉਹ ਕੀ ਹੈ? ਰੌਕਸ ਹੈ, ਚੱਟਾਨਾਂ ਹੈ, ਠੀਕ ਹੈ, ਮਾਊਂਟੇਨਸ ਪਹਾੜ ਹੈ, ਸਮੁੰਦਰ ਹੈ, ਸਿਤਾਰੇ ਆ, ਨਦੀਆਂ ਹੈ ਜਿਹੜੇ ਕਿ ਆਪਣੇ ਡੈਜ਼ਰਟ ਹੈ। ਡੈਜ਼ਰਟ ਮੀਨਸ ਕਿ ਜਿਹੜੇ ਕਿ ਮਾਰੂਥਲ ਹੁੰਦੇ ਆ। ਫੋਸਿਲਸ ਆਫ ਓਲਡ ਐਨੀਮਲਸ, ਜੋ ਰਹਿੰਦ ਖੂੰਹਦ ਹੈ ਜਾਨਵਰਾਂ ਦੀ, ਜੋ ਪੁਰਾਣੇ ਜਾਨਵਰ ਸੀਗੇ ਉਹਨਾਂ ਦੇ ਜੋ ਰਹਿੰਦ ਖੂੰਹਦ ਉਹ ਸਾਡੇ ਕੋਲ ਹੈਗੇ ਆ। ਅਸੀਂ ਉਹਨਾਂ ਤੋਂ ਹੀ ਸਾਰੀ ਧਰਤੀ ਦੀ ਕਹਾਣੀ ਜਾਣਦੇ ਹਾਂ। Those are our books for the earth's story. ਇਹ ਜੋ ਰਹਿੰਦ ਖੂੰਹਦ ਹੈ, ਰਿਵਰ ਹੈ, ਸਮੁੰਦਰ ਹੈ, ਮਾਊਂਟੇਨਸ ਹੈ, ਰੌਕਸ ਹੈ, ਇਹ ਸਾਰੇ ਕੀ ਹੈ? ਸਾਡੇ ਲਈ ਬੁੱਕਸ ਹੈ ਧਰਤੀ ਦੀ ਕਹਾਣੀ ਜਾਣਨ ਲਈ। And
the real way to understand this story is not just by reading about it in other people's book, but to go to the great book of nature itself. ਇਹ ਜਾਣਨ ਦਾ ਜਿਹੜਾ ਸਹੀ ਰਸਤਾ ਹੈ, ਰੀਅਲ ਵੇ ਜੋ ਸਹੀ ਰਸਤਾ ਹੈ, ਉਹ ਇਹ ਨਹੀਂ ਕਿ ਤੁਸੀਂ ਲੋਕਾਂ ਵੱਲੋਂ ਲਿਖੀ ਹੋਈ ਕਿਤਾਬਾਂ ਪੜ੍ਹੋ, ਬਲਕਿ ਖੁਦ ਨੇਚਰ 'ਚ ਜਾਓ ਤੇ ਨੇਚਰ ਵੱਲੋਂ ਲਿਖੀ ਹੋਈ ਕਿਤਾਬ, ਮਤਲਬ ਜੋ ਵੀ ਰੌਕਸ ਹੈ, ਮਾਊਂਟੇਨਸ, ਇਹ ਕੀ ਨੇਚਰ ਦੀ ਕਿਤਾਬ ਦੇ ਅਲਫਾਬੈਟਸ ਹੈ, ਤੁਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ. You will, I hope, soon begin to learn how to read this story from the rocks and mountains. ਮੈਨੂੰ ਉਮੀਦ ਹੈ ਕਿ ਤੁਸੀਂ ਜਲਦ ਹੀ ਇਹਨਾਂ ਕਹਾਣੀਆਂ ਨੂੰ ਸਮਝਣ ਲੱਗ ਜਾਓਗੇ ਜੋ ਕਿ ਚਟਾਨ ਤੇ ਪਹਾੜ ਤੁਹਾਨੂੰ ਦੱਸਣਗੇ. Imagine how wonderful it is. ਸੋਚੋ ਇਹ ਕਿੰਨਾ ਵਧੀਆ ਹੋਏਗਾ. Every little stone that you see lying on the road or on the mountain side may be a little page in the nature's book and may be able to tell you something if you only knew how to read it. ਸੋਚੋ ਜਿਹੜਾ ਇੱਕ ਛੋਟਾ ਜਿਹਾ ਪੱਥਰ ਹੈ ਜੋ ਸੜਕ ਤੇ ਤੁਹਾਨੂੰ ਮਿਲ ਰਿਹਾ ਹੈ, ਉਹਦੀ ਵੀ ਆਪਣੀ ਇੱਕ ਕਹਾਣੀ ਹੈ ਕਿ ਉਹ ਇੱਕ ਮਾਊਂਟੇਨ ਸਾਈਡ ਤੋਂ ਆਇਆ ਹੈ, ਕਿਸ ਤਰ੍ਹਾਂ ਆਇਆ ਹੈ. ਛੋਟੀਆਂ ਛੋਟੀਆਂ ਚੀਜ਼ਾਂ ਕੀ ਹੈ, ਇਹ ਛੋਟੇ ਛੋਟੇ ਪੇਜ ਦੀ ਤਰ੍ਹਾਂ ਹੈ ਕੁਦਰਤ ਦੀ ਕਿਤਾਬ ਦੇ. ਐਂਡ ਮੇ ਬੀ ਏਬਲ ਟੂ ਟੈਲ ਯੂ ਸਮਥਿੰਗ, ਕਿ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਦੱਸ ਸਕਣ ਜੇ ਤੁਸੀਂ, ਇਫ ਯੂ ਓਨਲੀ ਨਿਊ ਹਾਊ ਟੂ ਰੀਡ, ਜੇ ਤੁਹਾਨੂੰ ਸਮਝਣਾ ਆਂਦਾ ਹੈ, ਇਹਨਾਂ ਨੂੰ ਪੜ੍ਹਨਾ ਆਂਦਾ ਹੈ. To be able to read any language, Hindi or Urdu or English, you have to learn its alphabet. कोई भी language है, चाहे हिंदी है, उर्दू है, इंग्लिश है या मराठी है, बंगाली है, कोई भी, अगर ਜਦੋਂ ਉਸ ਲੈਂਗੁਏਜ ਨੂੰ ਸਮਝਣਾ ਹੈ ਉਹਦੇ ਲਈ ਸਾਨੂੰ ਸਭ ਤੋਂ ਪਹਿਲੇ ਕੀ ਹੈ, ਉਹਦੇ ਅਲਫਾਬੈਟ ਆਣੇ ਚਾਹੀਦੇ. ਜਿੱਦਾਂ ਹਿੰਦੀ ਦੇ ਕ ਖ ਗ, ਉਰਦੂ ਦੇ ਅਲਿਫ ਬੇ ਤੇ ਸੇ, ਔਰ ਇੰਗਲਿਸ਼ ਦੇ ਜਿੱਦਾਂ ABCD, ਇਹ ਕੀ ਅਲਫਾਬੈਟ, ਇਹ ਸ਼ੁਰੂਆਤ. ਜੇਕਰ ਤੁਹਾਨੂੰ ਕੋਈ ਲੈਂਗੁਏਜ ਸਿੱਖਣੀ ਹੈ ਉਹਦੇ ਅਲਫਾਬੈਟ ਆਣੇ ਜ਼ਰੂਰੀ ਹੈ. ਇਸੇ ਤਰ੍ਹਾਂ so also you must learn the alphabet of nature before you can read the story in her books of stone and rocks. You may already know a little about how to read this. ਜਿਸ ਤਰ੍ਹਾਂ ਕਿਸੇ ਲੈਂਗੁਏਜ ਨੂੰ ਸਿੱਖਣ ਲਈ ਅਲਫਾਬੈਟ ਆਣੇ ਜ਼ਰੂਰੀ ਹੈ, ਉਸੇ ਤਰ੍ਹਾਂ ਇਹ ਜੋ ਨੇਚਰ ਨੇ ਆਪਣੀ ਕਿਤਾਬ ਲਿਖੀ ਹੋਈ ਹੈ ਉਹਦੇ ਵਿੱਚ ਵੀ ਤੁਹਾਨੂੰ ਉਹਨੂੰ ਸਮਝਣਾ ਆਉਣਾ ਚਾਹੀਦਾ ਹੈ ਕਿ ਪੱਥਰ ਜੋ ਰੌਕਸ ਉਹ ਕਿੱਦਾਂ, ਵੱਡੀ ਵੱਡੀ ਰੌਕਸ ਛੋਟਾ ਜਿਹਾ ਪੱਥਰ ਕਿੱਦਾਂ ਬਣਾ ਦਿੰਦੀਆਂ ਨੇ, ਉਹਨਾਂ ਨੂੰ ਪੜ੍ਹਨਾ ਆਉਣਾ ਚਾਹੀਦਾ, ਉਹਨੂੰ ਸਮਝਣਾ ਆਉਣਾ ਚਾਹੀਦਾ. If you see a little round shiny pebble, does it not tell you something? ਕਿ ਜੇ ਤੁਸੀਂ ਕੋਈ ਛੋਟਾ ਜਿਹਾ ਗੋਲ ਚਮਕਦਾ ਹੋਇਆ ਪੱਥਰ ਦੇਖਦੇ ਹੋ, ਕੀ ਇਹ ਤੁਹਾਨੂੰ ਕੁਝ ਨਹੀਂ ਦੱਸ ਰਿਹਾ? How did it get round and smooth and shiny without any corner or rough edges? ਇਹ ਕਿੱਦਾਂ ਇੰਨਾ ਰਾਉਂਡ ਹੈ, ਸਮੂਥ ਹੈ, ਸ਼ਾਈਨੀ ਹੈ, ਇਹਦੇ ਕੋਈ ਰਫ ਏਜਸ ਨਹੀਂ ਹੈ, ਮਤਲਬ ਇਹੋ ਜਿਹੇ ਏਜਸ ਨਹੀਂ ਹੈ ਜੋ ਤੁਹਾਡੇ ਕੱਟ ਲਗਾ ਸਕਣ. ਇੱਦਾਂ ਦਾ ਕੀ ਹੋਇਆ ਕਿ ਇਹ ਪੱਥਰ ਇੰਨਾ ਚਮਕੀਲਾ ਹੋ ਗਿਆ, ਇੰਨਾ ਸੋਹਣਾ ਹੋ ਗਿਆ. If you break a big rock into small bits, each bit is rough and has corners and rough edges. ਜੇ ਤੁਸੀਂ ਇੱਕ ਪੱਥਰ ਨੂੰ ਜਾਂ ਇੱਕ ਚਟਾਨ ਨੂੰ ਤੋੜਦੇ ਹੋ ਤੇ ਉਹਦੇ ਜਦੋਂ ਟੁਕੜੇ ਹੋਣਗੇ ਉਹ ਕੀ ਹੋਣਗੇ, ਬੜੇ ਰਫ ਹੋਣਗੇ, ਉਹਨਾਂ ਦੇ ਏਜਸ ਹੋਣਗੇ, ਬਹੁਤ ਜ਼ਿਆਦਾ ਸਮੂਥ ਐਂਡ ਸ਼ਾਈਨੀ ਨਹੀਂ ਹੋਣਗੇ ਉਹ. ਇਟ ਇਜ਼ ਨਾਟ ਐਟ all like a round smooth pebbles, ਕਿ ਉਹ ਬਿਲਕੁਲ ਰਾਉਂਡ ਐਂਡ ਸਮੂਥ ਪੇਬਲ ਦੀ ਤਰ੍ਹਾਂ ਨਹੀਂ ਹੋਣਗੇ. how then did the pebble become so round and smooth and shiny? ਫਿਰ ਜਿਹੜੇ ਪੱਥਰ ਹੈਗੇ ਆ ਜਿਹਨੂੰ ਕਿ ਆਪਾਂ ਕੰਕਰ ਕਹਿ ਦਿੰਦੇ ਆ, ਇਹ ਜਿਹੜੇ ਆ ਇੰਨੇ ਰਾਉਂਡ, ਇੰਨੇ ਸਮੂਥ, ਮਤਲਬ ਮੁਲਾਇਮ ਜੇ ਤੇ ਸ਼ਾਈਨੀ ਜੇ ਕਿੱਦਾਂ ਹੈ? It will tell you the story if you have good eyes to see and ears to hear it. ਇਹ ਤੁਹਾਨੂੰ ਆਪਣੀ ਕਹਾਣੀ ਦੱਸਣਗੇ ਜੇ ਤੁਹਾਡੇ ਕੋਲ ਦੇਖਣ ਲਈ ਅੱਛੀਆਂ ਅੱਖਾਂ ਤੇ ਸੁਣਨ ਲਈ ਕੰਨ ਹੋਣਗੇ, ਮਤਲਬ ਸਮਝਣ ਲਈ ਦਿਮਾਗ ਹੋਏਗਾ. It tells you that once upon a time, probably long ago, it was a bit of a rock just like the bit you may break from a big rock or stone with plenty of edges and corners. ਇਹ ਤੁਹਾਨੂੰ ਦੱਸੇਗਾ ਕਿ ਬਹੁਤ ਸਮਾਂ ਪਹਿਲਾਂ, ਮੇਬੀ ਬਹੁਤ ਜ਼ਿਆਦਾ ਸਾਲ ਪਹਿਲੇ, ਇਹ ਕੀ ਸੀਗਾ, ਇੱਕ ਵੱਡੀ ਰੌਕ ਦਾ ਹਿੱਸਾ ਸੀਗਾ. ਬਿਟ ਆਫ ਰੌਕ ਇੱਕ ਵੱਡੀ ਰੌਕ ਦਾ ਹਿੱਸਾ ਸੀਗਾ ਔਰ ਇਹ ਛੋਟੇ ਛੋਟੇ ਅੰਕਰਾਂ ਵਿੱਚ ਟੁੱਟ ਗਿਆ ਜਿਹਦੇ ਕਿ ਰਫ ਏਜਸ ਸੀਗੇ, ਕਾਰਨਰ ਸੀਗੇ, ਬਹੁਤ ਹੀ ਖੁਰਦਰਾ ਜਿਹਾ ਸੀਗਾ. It may have rested on some mountain side. ਹੋ ਸਕਦਾ ਹੈ ਕਿ ਕਿਸੇ ਪਹਾੜ ਦੇ ਉੱਤੇ ਰੈਸਟ ਕਰ ਰਿਹਾ ਹੋਏਗਾ. Then came the rain and washed it down to the little valley where it found a mountain stream which pushed it on and on till it reached a little river, and the little river took it to the big river, and all the while it rolled at the bottom of the river
and its rough surface made smooth and shiny. That's how it became the pebble you found it. कि हो सकता है कि जो ਇਹ ਪੱਥਰ ਸੀਗਾ ਇੱਕ ਮਾਊਂਟੇਨ ਸਾਈਡ ਤੇ ਸੀਗਾ, ਮਾਊਂਟੇਨ ਸਾਈਡ ਤੇ ਆਰਾਮ ਨਾਲ ਬੈਠਾ ਹੋਇਆ ਸੀਗਾ, ਬਾਰਿਸ਼ ਆਈ, ਬਾਰਿਸ਼ ਨੇ ਕੀ ਕੀਤਾ ਕਿ ਉਹਨੂੰ ਲਿਜਾ ਕੇ ਝਰਨਿਆਂ ਵਿੱਚ ਸੁੱਟ ਦਿੱਤਾ। ਜਦੋਂ ਝਰਨਿਆਂ ਵਿੱਚ ਸੁੱਟਿਆ ਉਹ ਰਗੜਦਾ ਰਗੜਦਾ ਗਿਆ, ਝਰਨਿਆਂ ਨੇ ਉਹਨੂੰ ਲਿਜਾ ਕੇ ਨਦੀ 'ਚ ਸੁੱਟ ਦਿੱਤਾ ਤੇ ਨਦੀ ਦੇ ਵਿੱਚ ਉਹਨੇ ਬਹੁਤ ਲੰਬਾ ਟਾਈਮ ਜਿਹੜਾ ਟਰੈਵਲ ਕੀਤਾ। ਟਰੈਵਲ ਕਰਦੇ ਕਰਦੇ ਉਹ ਪੁੱਠਾ ਸਿੱਧਾ ਹੁੰਦਾ ਗਿਆ, ਰਗੜ ਖਾਂਦਾ ਗਿਆ, ਰਗੜ ਖਾਂਦੇ ਖਾਂਦੇ ਉਹ ਇੱਕ ਜੋ ਰਫ ਕॉर्नर्स ਵਾਲਾ ਸਟੋਨ ਸੀਗਾ ਉਹ ਆ ਕੇ ਤੁਹਾਡੇ ਕੋਲ ਇੱਕ ਛੋਟਾ ਜਿਹਾ ਸ਼ਾਈਨੀ ਸਮੂਥ ਪੈਬਲ ਬਣ ਗਿਆ। This is the story of pebble ਜੋ ਤੁਹਾਨੂੰ ਮਿਲ ਗਿਆ ਹੈ। That's how it became the pebble you found। ਜੋ ਤੁਹਾਨੂੰ ਪੱਥਰ ਮਿਲਿਆ ਉਹਦੀ ਇਹ ਕਹਾਣੀ ਹੈ। If the river had carried it on, it would have become smaller and smaller। ਕਿ ਜੇ ਨਦੀ ਮੰਨ ਲਓ ਕਿ ਪੱਥਰ ਤੁਹਾਨੂੰ ਮਿਲਿਆ ਹੈ, ਉਹ ਤੁਹਾਨੂੰ ਨਾ ਮਿਲਦਾ, ਨਦੀ ਦੇ ਵਿੱਚ ਅੱਗੇ ਅੱਗੇ ਵੱਗੀ ਜਾਂਦਾ till at last ਅਖੀਰ ਤੱਕ, ਜਦੋਂ ਤੱਕ ਕਿ it became a grain of sand ਕਿ ਜਦੋਂ ਤੱਕ ਇੱਕ ਛੋਟਾ ਜਿਹਾ ਰੇਤ ਦਾ ਕਣ ਨਾ ਬਣ ਜਾਂਦਾ। Joined its brothers at the seaside to make a beautiful beach where little children play and make castle out of the sand। ਕਿ ਉਹ ਨਦੀ 'ਚ ਵਗਦੇ ਵਗਦੇ ਛੋਟਾ ਜਿਹਾ ਰੇਤ ਦਾ ਕਣ ਬਣ ਜਾਂਦਾ ਤੇ ਬੱਚੇ ਉਹਨਾਂ ਦਾ ਉਸ ਰੇਤ ਦੇ ਜਿਹੜੇ ਕਣ ਹੈ ਉਹਨਾਂ ਨੂੰ ਮਿਲਾ ਕੇ ਕੈਸਲ ਬਣਾਉਂਦੇ ਕਿ ਇੱਕ ਸਮੁੰਦਰ ਦਾ ਬਿਊਟੀਫੁਲ ਬੀਚ ਬਣਦਾ ਤੇ ਉਸ ਬੀਚ ਤੇ ਆ ਕੇ ਬੱਚੇ ਖੇਡਦੇ, ਰੇਤ ਦੇ ਕੈਸਲ ਬਣਾਉਂਦੇ। A little pebble can tell you so much more could we learn from all the rocks and mountains and many other things we see around us। ਇੱਥੇ ਕੁਐਸਚਨ ਮਾਰਕ ਲੱਗਿਆ ਹੋਇਆ ਕਿ ਇੱਕ ਛੋਟਾ ਜਿਹਾ ਜਿਹੜਾ ਪੈਬਲ ਹੈ, ਛੋਟਾ ਜਿਹਾ ਜਿਹੜਾ ਪੱਥਰ ਹੈ ਕਿ ਉਹ ਸਾਨੂੰ ਬਹੁਤ ਵੱਡੀ ਰੌਕਸ ਜਾਂ ਬਹੁਤ ਵੱਡੇ ਪਹਾੜਾਂ ਬਾਰੇ ਜਾਣਕਾਰੀ ਨਹੀਂ ਦਿੰਦਾ ਜੋ ਸਾਡੇ ਆਲੇ ਦੁਆਲੇ ਆ। ਥਿੰਕ ਅਬਾਊਟ ਇਟ, ਇਹਦੇ ਬਾਰੇ ਸੋਚੋ। ਇਹ ਜੋ ਸਾਰਾ ਚੈਪਟਰ ਸੀ ਜੋ ਆਪਾਂ ਪੜਿਆ ਹੁਣੇ, ਇਹ ਕੀ ਹੈ? ਲੈਟਰ ਸੀਗੀਆਂ ਨੇ ਜੋ ਫਾਦਰ ਨੇ ਆਪਣੀ ਡਾਟਰ ਨੂੰ ਲਿਖੀਆਂ। ਫਾਦਰ ਕੌਣ ਹੈ ਤੇ ਜਵਾਹਰ ਲਾਲ ਨਹਿਰੂ, ਡਾਟਰ ਕੌਣ ਹੈ? ਇੰਦਰਾ। ਨੈਕਸਟ ਹੈ ਸਾਡੇ ਕੋਲ ਵਰਡਸ ਫਰੋਮ ਦ ਲੈਸਨ। ਫਰਸਟ ਕੀ ਹੈ? ਪੀਪਲਸ। ਦੇਖੋ ਜਦੋਂ ਆਪਾਂ ਲਿਖਦੇ ਨਾ ਪੀਪਲ, PEOPLE ਮਤਲਬ ਬਹੁਤ ਸਾਰੇ ਲੋਕ, ਪਰ ਜਦੋਂ ਆਪਾਂ ਬਹੁਤ ਸਾਰੇ ਲੋਕ ਅਲੱਗ-ਅਲੱਗ ਕੰਟਰੀਜ਼ ਦੀ ਜਾਂ ਅਲੱਗ-ਅਲੱਗ ਟ੍ਰਾਈਬਸ ਦੀ ਗੱਲ ਕਰਦੇ ਆ ਉਦੋਂ ਕੀ ਹੁੰਦਾ ਹੈ? ਆਪਾਂ ਐਸ ਲਗਾ ਦਿੰਦੇ ਆ। ਪੀਪਲਸ, ਪੀਪਲ ਆਲਰੇਡੀ ਕੀ ਹੈ? ਇੱਕ ਪਲੂਰਲ ਵਰਡ ਹੈ, ਪਰ ਜਦੋਂ ਆਪਾਂ ਉਹਦੇ ਨਾਲ ਐਸ ਲਗਾ ਦਿੱਤਾ ਹੈ ਮਤਲਬ ਕਿ ਉਹ ਇੱਕ ਦੇਸ਼ ਦੀ ਗੱਲ ਨਹੀਂ ਕਰ ਰਿਹਾ ਹੈ, ਇੱਕ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ ਹੈ, ਉਹ ਬਹੁਤ ਸਾਰੀ ਕਮਿਊਨਿਟੀ ਦੇ ਇਕੱਠੇ ਹੋਏ ਲੋਕਾਂ ਦੀ ਗੱਲ ਕਰ ਰਿਹਾ ਹੈ। So ਇੱਥੇ persons who make up a community, tribe, race and nation। Next है fossils, remains or impression of a prehistoric plant or animal hardened in the rock। जो prehistoric मतलब जो बहुत पुराने टाइम ਦੀ ਜਾਨਵਰ ਹੈ ਜਾਂ ਪੌਦੇ ਹੈ ਉਹਨਾਂ ਦੇ ਜੋ remains मतलब ਜੋ body part ਹੈ ਜਾਂ ਉਹਨਾਂ ਦੇ ਜੋ impression ਹੈ ਜੋ ਪੱਥਰਾਂ ਤੇ ਰਹਿ ਗਏ ਉਹਨਾਂ ਨੂੰ ਕਹਿੰਦੇ ਆਪਾਂ fossils। ਇਹਦੀ ਫੋਟੋ ਮੈਂ ਪਹਿਲੇ ਦਿਖਾ ਚੁੱਕੀ ਹਾਂ। Next ਹੈ facts, something that we know to be true। ਕੁਝ ਇਹੋ ਜਿਹਾ ਜੋ ਸਾਨੂੰ ਪਤਾ ਹੋਵੇ ਕਿ ਹਾਂ ਇਹ ਸੱਚ ਹੈ ਮਤਲਬ सबूत। नेक्स्ट fortunately, luckily, किस्मत नाल। लास्ट है pebble, small stone made smooth by the water flowing down। छोटे छोटे पत्थर जो कि पानी ने रगड़ के की है सोने सुंदर बना देते होन ਉਹਨੂੰ ਆਪਾਂ ਕਹਿੰਦੇ ਆ ਪੈਬਲ। ਵਗਦੇ ਪਾਣੀ ਦੇ ਵਿੱਚ ਜੋ ਪੱਥਰ ਹੈ ਜੋ ਕਿ ਸਮੂਥ ਬਣੇ ਹੁੰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਰਨਿੰਗ ਕੰਪਰੀਹੈਂਸ਼ਨ। ਰਨਿੰਗ ਕੰਪਰੀਹੈਂਸ਼ਨ ਸਾਡੇ ਕੋਲ 10 ਕੁਐਸਚਨਸ ਹੈ। फर्स्ट क्वेश्चन है हु इज राइटर एंड हु इज राइटिंग टू। कौन है जो लिख रहा है? राइटर कौन है और किस नु लिख रहा है? कौन है राइटर? एक फादर है जिसका नाम की है जवाहरलाल नेहरू और किन्नू लिख रहा है? अपनी डॉटर जिसका नाम है इंदिरा। द राइटर इज जवाहरलाल नेहरू एंड ही इज राइटिंग टू हिज डॉटर इंदिरा। नेक्स्ट क्वेश्चन, वेयर was he when he wrote most of his letters ਹਰ ਉਹ ਕਿੱਥੇ ਸੀ ਜਦੋਂ ਉਹਨੇ ਮੋਸਟ ਆਫ ਦ ਲੈਟਰ ਜ਼ਿਆਦਾਤਰ ਉਹਨੇ ਆਪਣੀਆਂ ਜਿਹੜੀਆਂ ਚਿੱਠੀਆਂ ਲਿਖੀਆਂ ਉਹਨੂੰ ਕਿਹਨੂੰ? ਡਾਟਰ ਨੂੰ। ਕਿੰਨੇ? ਫਾਦਰ ਨੇ। ਉਦੋਂ ਫਾਦਰ ਕਿੱਥੇ ਸੀ? ਉਹ ਫਾਦਰ ਆਲਮੋਸਟ ਪ੍ਰਿਜ਼ਨ ਚ ਸੀਗਾ। ਹੀ ਵਾਜ਼ ਇਨ ਪ੍ਰਿਜ਼ਨ ਔਰ ਸਪੈਸ਼ਲੀ ਕਿੱਥੇ ਸੀ? ਇਲਾਹਾਬਾਦ ਚ। ਕਿਉਂ? ਕਿਉਂਕਿ ਉਹਨੇ ਚਿੱਠੀ ਚ ਲਿਖਿਆ ਆਈ ਐਮ ਇਨ ਇਲਾਹਾਬਾਦ, ਯੂ ਆਰ ਇਨ ਮਸੂਰੀ ਐਟ ਦ ਟਾਈਮ ਆਫ ਦ ਲੈਟਰ। ਕਿ ਜਦੋਂ ਉਹ ਚਿੱਠੀਆਂ ਲਿਖ ਰਿਹਾ ਸੀ ਉਦੋਂ ਹੋ ਸਕਦਾ ਹੈ ਕਿ ਉਹ ਜੇਲ੍ਹ ਚ ਹੋਵੇ ਤੇ ਇਲਾਹਾਬਾਦ ਦੇ ਵਿੱਚ ਹੋਵੇ। ਵਾਈਲ ਹਿਜ਼ ਡਾਟਰ ਵਾਜ਼ ਇਨ ਮਸੂਰੀ। ਉਹਦੀ ਡਾਟਰ ਉਹਦੀ ਜਿਹੜੀ ਬੇਟੀ ਸੀ ਇੰਦਰਾ ਗਾਂਧੀ ਉਹ ਕਿੱਥੇ ਸੀ? ਮਸੂਰੀ ਚ। ਥਰਡ ਕੁਐਸਚਨ ਕੀ ਹੈ? ਵਾਟ ਡਸ ਦ ਰਾਈਟਰ ਸੇ ਹੀ ਵਿਲ ਰਾਈਟ ਅਬਾਊਟ ਫਰੋਮ ਟਾਈਮ ਟੂ ਟਾਈਮ। ਰਾਈਟਰ ਨੇ ਕੀ ਕਿਹਾ ਸੀਗਾ
ਕਿ ਉਹ ਸਮੇਂ-ਸਮੇਂ ਤੇ ਲਿਖਦਾ ਰਹੇਗਾ। ਕੀ ਲਿਖਦਾ ਰਹੇਗਾ? ਉਹਨੇ ਕਿਹਾ ਸੀਗਾ ਕਿ ਉਹ ਟਾਈਮ ਟੂ ਟਾਈਮ ਉਹਨੂੰ ਚਿੱਠੀਆਂ ਲਿਖੇਗਾ, ਜਿਹਦੇ 'ਚ ਉਹ ਆਪਣੀ ਅਰਥ ਦੀ ਸਟੋਰੀ ਦੱਸੇਗਾ, ਬਹੁਤ ਸਾਰੀ ਕੰਟਰੀਜ਼ ਦੀ, ਚਾਹੇ ਉਹ ਵੱਡੀਆਂ ਹੈ ਛੋਟੀਆਂ, ਜਿਨ੍ਹਾਂ 'ਚ ਅਰਥ ਡਿਵਾਈਡਡ ਹੈ, ਉਹਨਾਂ ਦੀਆਂ ਕਹਾਣੀਆਂ ਸੁਣਾਏਗਾ। ਸੋ ਆਪਾਂ ਬੁੱਕ ਤੋਂ ਲਿਆ ਹੈ। ਹੀ ਸੇਜ਼ ਹੀ ਵਿਲ ਰਾਈਟ ਅਬਾਊਟ ਦ ਸਟੋਰੀ ਆਫ ਆਰ ਅਰਥ ਐਂਡ ਦ ਮੈਨੀ ਕੰਟਰੀਜ਼ both great and small into which it is divided. Fourth question है, who inhabited the earth before men? ਇਨਸਾਨਾਂ ਤੋਂ ਪਹਿਲੇ ਕੌਣ ਰਹਿੰਦਾ ਸੀ ਇਸ ਧਰਤੀ ਦੇ ਉੱਤੇ? ਕੌਣ ਰਹਿੰਦਾ ਸੀ? ਜਾਨਵਰ ਰਹਿੰਦੇ ਸੀ, ਤੇ ਉਸ ਤੋਂ ਪਹਿਲੇ ਕੋਈ ਵੀ ਨਹੀਂ ਰਹਿੰਦਾ ਸੀਗਾ। ਸੋ ਆਪਾਂ ਇੱਥੇ ਵੀ ਖਤਮ ਕਰ ਸਕਦੇ ਹਾਂ ਕਿ ਇਨਸਾਨਾਂ ਦੇ ਆਉਣ ਤੋਂ ਪਹਿਲੇ ਜਾਨਵਰ ਰਹਿੰਦੇ ਸੀ। ਬਿਫੋਰ ਮੈਨ ਕੇਮ ਦੇयर वर ਓਨਲੀ ਐਨੀਮਲਸ। ਔਰ ਅਸੀਂ ਇਹਨੂੰ ਅੱਗੇ ਵੀ ਲੈ ਕੇ ਜਾ ਸਕਦੇ ਹਾਂ। ਤੁਸੀਂ ਜਿੱਥੇ ਤੱਕ ਲਿਖਣਾ ਚਾਹੋ ਤੁਸੀਂ ਲਿਖ ਸਕਦੇ ਹੋ। ਬਿਫੋਰ ਮੈਨ ਕੇਮ there were only animals, and even before animals there was a time when no living things existed at all. मतलब उन्होंने animals तक पूछा, आप animals तक ले रहे हैं। Once upon a time, why was it not possible for there to be life on the earth? ਇਹੋ ਜਿਹਾ ਬਹੁਤ ਸਮੇਂ ਪਹਿਲੇ ਇਹੋ ਜਿਹਾ ਕੀ ਕਾਰਨ ਸੀਗਾ ਕਿ ਧਰਤੀ ਦੇ ਉੱਤੇ ਜਿਹੜੀ ਲਾਈਫ ਹੈ ਉਹ ਐਗਜ਼ਿਸਟ ਹੀ ਨਹੀਂ ਕਰ ਸਕਦੀ, ਉਹ ਰਹਿ ਹੀ ਨਹੀਂ ਸਕਦੀ, ਪੋਸੀਬਲ ਹੀ ਨਹੀਂ ਸੀ। ਕੀ ਸੀਗਾ ਕਿ ਸਾਇੰਟਿਸਟ ਕਹਿੰਦੇ ਕਿ ਉਦੋਂ ਧਰਤੀ ਜਿਹੜੀ ਇੰਨੀ ਜ਼ਿਆਦਾ ਗਰਮ ਸੀ ਕਿ ਉੱਤੇ ਸਰਵਾਈਵ ਕਰਨਾ ਹੀ ਮੁਸ਼ਕਿਲ ਸੀਗਾ। ਅਸੀਂ ਲਿਖਾਂਗੇ ਅਕੋਰਡਿੰਗ ਟੂ ਦ ਸਾਇੰਟਿਸਟ ਦ ਅਰਥ ਵਾਸ ਵਨਸ ਟੂ ਹੌਟ ਫॉर ਐਨੀ ਲਿਵਿੰਗ ਬੀਇੰਗ ਟੂ ਸਰਵਾਈਵ ਔਨ ਇਟ। ਨੈਕਸਟ, ਡਿਡ ਬੁੱਕਸ ਐਗਜ਼ਿਸਟ ਇਨ 올ਡ ਟਾਈਮਸ? ਕੀ ਪੁਰਾਣੇ ਟਾਈਮ ਦੀਆਂ ਕੋਈ ਕਿਤਾਬਾਂ ਮੌਜੂਦ ਹੈ? ਅਗਰ ਉਦੋਂ ਇਨਸਾਨ ਹੀ ਨਹੀਂ ਸੀ ਤੇ ਕਿਤਾਬਾਂ ਤਾਂ ਮੌਜੂਦ ਹੀ ਨਹੀਂ ਹੋ ਸਕਦੀਆਂ। ਸੋ ਅਸੀਂ ਸਿੰਪਲ नो ਦਾ ਵੀ ਆਨਸਰ ਦੇ ਸਕਦੇ ਹਾਂ, ਜਾਂ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ। नो in the very old times when there were no people on the earth, no books could have been written. Seventh question है, what are our books for the earth's early story? ਸਾਡੀ ਮਤਲਬ ਜਦੋਂ ਕਿ ਇਨਸਾਨਾਂ ਵੱਲੋਂ ਲਿਖੀ ਹੋਈ ਕਿਤਾਬਾਂ ਨਹੀਂ ਸੀਗੀਆਂ, ਮਤਲਬ ਕਿ ਅਰਲੀ ਅਰਥ ਦੀ ਸਟੋਰੀ ਲਈ ਸਾਡੇ ਲਈ ਕਿਤਾਬਾਂ ਕੀ ਹੈਗੀਆਂ? ਕੀ ਕਿਤਾਬਾਂ ਸੀਗੀਆਂ? rocks, mountains, seas, rivers, stars, desert and fossils of old animals. Our books are natural objects like rocks, mountains, seas, stars, rivers, desert and fossils of old animals. Eighth question, in order to learn a language, what must we learn first? ਕੋਈ ਵੀ ਭਾਸ਼ਾ ਅਗਰ ਸਿੱਖਣੀ ਹੈ ਤਾਂ ਸਭ ਤੋਂ ਪਹਿਲੇ ਸਾਨੂੰ ਕੀ ਆਉਣਾ ਚਾਹੀਦਾ ਹੈ? ਸਾਨੂੰ ਸਭ ਤੋਂ ਪਹਿਲੇ ਉਹਦੇ ਅਲਫਾਬੈਟ ਆਉਣੇ ਚਾਹੀਦੇ ਹੈ। ਸੋ ਅਸੀਂ ਬੁੱਕ ਤੋਂ ਸਿੱਧੇ ਲਿਖਾਂਗੇ, to learn any language like Hindi, Urdu or English, you must first learn its alphabet. Ninth question है, what does the writer find wonderful? ਜੋ ਰਾਈਟਰ ਜਵਾਹਰ ਲਾਲ ਨਹਿਰੂ ਹੈ ਉਹਨੂੰ ਕੀ ਬਹੁਤ ਹੀ ਸਰਪ੍ਰਾਈਜ਼ਿੰਗ ਜਾਂ ਮਜ਼ੇਦਾਰ ਲੱਗਦਾ ਸੀ? ਕੀ ਮਜ਼ੇਦਾਰ ਲੱਗਦਾ ਸੀ? he finds it wonderful that every little stone lying on the road or mountain side is like a page in nature's book that can tell us a story if we know how to read it. ਕਿ ਬਹੁਤ ਹੀ ਮਜ਼ੇਦਾਰ ਹੈ ਕਿ ਕੋਈ ਵੀ ਛੋਟਾ ਜਿਹਾ ਪੱਥਰ ਜੋ ਜਾਂ ਸੜਕ ਤੇ ਪਿਆ ਜਾਂ ਕਿ ਇੱਕ ਪਹਾੜ ਤੇ ਪਿਆ, ਉਹ ਸਾਨੂੰ ਜੋ ਨੇਚਰ ਸਾਡੀ ਕੁਦਰਤ ਦੀ ਕਿਤਾਬ ਹੈ ਉਹਦੇ ਰਾਹੀਂ ਸਾਨੂੰ ਧਰਤੀ ਦੀ ਕਹਾਣੀ ਦੱਸ ਸਕਦਾ ਹੈ ਜੇ ਸਾਨੂੰ ਉਹ ਪੜ੍ਹਨੀ ਆਉਂਦੀ ਹੋਵੇ। ਲਾਸਟ ਕੁਐਸਚਨ ਹੈ, what says the writer could have been the resting place of the pebble? pebble ਦੀ ਜਿਹੜੀ ਜਗ੍ਹਾ resting place ਜਿਹੜੀ ਹੈ ਉਹ ਕਿਹੜੀ ਹੋ ਸਕਦੀ ਹੈ? ਤੋ ਕਿਹੜੀ? the pebble could have originally been a bit of a rock resting on a mountain side before the rain washed it down. ਇਹ ਹੋ ਸਕਦਾ ਹੈ ਕਿ ਉਹ ਜਿਹੜਾ ਪੈਬਲ ਜੋ ਪੱਥਰ ਹੈ ਉਹ ਇੱਕ ਰੌਕ ਦੀ ਤਰ੍ਹਾਂ ਕਿੱਥੇ ਹੋਵੇ, ਇੱਕ ਮਾਊਂਟੇਨ ਸਾਈਡ ਤੇ, ਪਹਾੜ ਤੇ ਕਿਤੇ ਰੈਸਟ ਕਰ ਰਿਹਾ ਹੋਵੇ ਜਦੋਂ ਤੱਕ ਕਿ ਉਹਨੂੰ ਬਰਸਾਤ ਨੇ ਉਥੋਂ ਹਟਾ ਨਾ ਲਿਆ ਹੋਵੇ, ਆਪਣੇ ਨਾਲ ਰੋੜ ਨਾ ਲਿਆ ਹੋਵੇ। ਤੋ ਆਪਾਂ ਚੈਪਟਰ ਪੜ੍ਹ ਲਿਆ, ਆਪਾਂ ਵਰਡ ਮੀਨਿੰਗ ਕਰ ਲਏ, ਇਹ ਆਪਾਂ ਰਨਿੰਗ ਕੰਪਰੀਹੈਂਸ਼ਨ ਕਰ ਲਈ। ਨੈਕਸਟ ਕਲਾਸ 'ਚ ਆਪਾਂ ਇਸ ਚੈਪਟਰ ਦੀ ਬੈਕ ਐਕਸਰਸਾਈਜ਼ ਕੰਪਲੀਟ ਕਰਾਂਗੇ। ਆਪਾਂ ਮਿਲਦੇ ਹਾਂ ਨੈਕਸਟ ਕਲਾਸ 'ਚ। ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ। ਬਾਏ ਬਾਏ।